अस्सलाम वालेकुम, मैं साकिब मुश्ताक। चैनल का नाम है साकिब की दुनिया 8232। अज असी आए हैं चिश्तियाँ शहर काजी वाले रोड ते मशहूरो मरूफ मोटरसाइकिल मकैनिक की दुकान है जिदा नाम है गौसिया आटो सर्विस और ये भाई हुणां दा कम से कम 25 साल का तजर्बा है। असी इन्हां नाल गल करांगे और ये भी पूछांगे कि मोटरसाइकिल की ज़्यादा से ज़्यादा एवरेज किस तरह ली जाएगी और सानू मोटरसाइकिल चलाउण दीयां कुछ एहतियाती तदाबीर भी दसणगे। मोटरसाइकिल की ट्यूनिंग किन्ने किलोमीटर तो बाद करवानी चाहिए है। आए हुए गाहक नाल भी गल करते हैं। जी भाई, की करवाउण आए जे मोटरसाइकिल का? तुहाडे मोटरसाइकिल नूं की मसला है? ਪਹਿਲੇ ਵੀ ਇੱਥੋਂ ਹੀ ਕੰਮ ਕਰਾਉਂਦੇ ਹੋ? ਹਾਂਜੀ। ਕਿੰਨੀ ਦੇਰ ਹੋ ਗਈ ਹੈ? ਬਸ ਅਸੀਂ ਚਾਕਰੀਆਂ ਤੇ ਕਰਨ ਇੱਥੇ ਆਏ ਜਿਹੜਾ ਲੱਗੇ ਤਾਂ ਫਿਰ ਕੰਮ ਚੰਗਾ ਕਰਦੇ ਨੇ? ਠੀਕ ਆ। ਠੀਕ ਹੋ ਗਿਆ ਜੀ, ਸ਼ੁਕਰੀਆ। ਹੁਣ ਅਸੀਂ ਮਕੈਨਿਕ ਨਾਲ ਗੱਲ ਕਰਾਂਗੇ ਜਿਹੜੇ ਕਿ ਸਿਰ ਤੇ ਟੋਪੀ ਪਾ ਕੇ ਫਿਰ ਰਹੇ ਨੇ। ਮਾਸ਼ਾਅੱਲਾ ਟੋਪੀ ਬੜੀ ਸੋਹਣੀ ਲੱਗ ਰਹੀ ਹੈ। ਇਹਨਾਂ ਕੋ ਅਸੀਂ ਕੁਝ ਸਵਾਲ ਕਰਾਂਗੇ ਜਿਨ੍ਹਾਂ ਦੇ ਇਹ ਸਾਨੂੰ ਜਵਾਬ ਦੇਣਗੇ। अस्सलाम वालेकुम भाई। ਵਾਲੇਕਮ ਸਲਾਮ ਖਾਕੋ ਭਾਈ ਕੀ ਹਾਲ ਚਾਲ ਹੈ? अल्हम्दुलिल्लाह जी, शुक्र अल्लाह पाक दा। तुसी सुनाओ कैसी चल रही है दुकानदारी? ਸ਼ੁਕਰ ਅਲਹਮਦੁਲਿਲਾ ਠੀਕ ਹੈ ਜੀ। अपना की नाम है? ਮੁਹੰਮਦ ਆਰਬ ਵਜ਼ੀਰ ਗੋਸੀਆ ਆਟੋ ਸਰਵਿਸ ਕਾਜ਼ੀ ਵਾਲਾ ਰੋਡ ਚਿਸ਼ਤੀਆਂ। अच्छा, ये एड्रैस मुकम्मल दसो ना। ਹਾਂਜੀ ਕਾਜ਼ੀ ਵਾਲਾ ਰੋਡ ਚਿਸ਼ਤੀਆਂ। हाँ जी, कोई खास जगह लागे पासे? ਖਾਸ ਜਗ੍ਹਾ ਆਪਣੇ ਗੁਜਰ ਆਟਾ ਚੱਕੀ ਬ੍ਰਾਂਚ ਨੰਬਰ 2 अच्छा ਮੁਕਾਬਲ ਪਿਸਤਾਲ ਯੂਨੀਵਰਸ। अच्छा भाई यार, सानू किन्नी देर हो गई मोटरसाइकिल दा काम करदे होए? ਮਾਸ਼ਾਅੱਲਾ ਜੀ ਤਕਰੀਬਨ 24-25 ਸਾਲ ਹੋ ਗਏ ਨੇ। अच्छा, ਪਹਿਲਾਂ ਸ਼ਾਪ ਰਹੀ ਹੈ ਖਾਲੀ ਰੋਡ ਤੇ, ਫਿਰ ਇੱਧਰ ਆ ਗਏ ਹਾਂ ਕਾਜ਼ੀ ਵਾਲੇ ਰੋਡ ਤੇ। ਕਾਫੀ ਅਰਸਾ ਤੁਹਾਨੂੰ ਹੋ ਗਿਆ ਹੈ ਤੇ ਕਿੰਨੇ ਸਾਲਾਂ 'ਚ ਕੰਮ ਸਿੱਖਿਆ ਸੀ? ਕੰਮ ਤਕਰੀਬਨ 6-7 ਸਾਲ ਲਾਏ ਸੀਗੇ। ਜਦੋਂ ਉਸਤਾਦ ਨੇ ਸਿੱਖੀ ਦਿੱਤੀ, ਐਕਸਪੀਰੀਅੰਸ ਮੁਕੰਮਲ ਹੋਇਆ। ਹੁਣ ਹਜ਼ਾਨੇ ਦਾ ਮੁਕੰਮਲ ਕੰਮ ਕਰ ਲਈਦਾ ਸਾਰੀਆਂ ਮੋਟਰਸਾਈਕਲਾਂ ਦਾ। ਇਹ ਵੀ ਨਹੀਂ ਕਿ ਸਿਰਫ ਇੱਕ ਦਾ ਹੀ ਕਰਨਾ ਬਾਕੀ ਨਾ ਹੋਣ। ਅੱਛਾ ਅਲਹਮਦੁਲਿਲਾ ਸਾਰੀਆਂ ਦਾ ਕਰੀਦਾ। ਅੱਛਾ, ਤੁਸੀਂ ਮੋਟਰਸਾਈਕਲ ਦੇ ਕਿਹੜੇ ਪਾਰਟਸ ਦਾ ਜ਼ਿਆਦਾ ਕੰਮ ਕਰਦੇ ਹੋ, ਯਾਨੀ ਜਿਹਦੇ ਵਿੱਚ ਤੁਹਾਨੂੰ ਤਜਰਬਾ ਔਰ ਐਕਸਪੀਰੀਅੰਸ ਪੂਰਾ ਹੋਵੇ? ਇੰਜਨ ਦਾ, ਉਸ ਤੋਂ ਬਾਅਦ ਬਾਡੀ ਵਰਕਸ ਨਾ ਵੀ ਆ ਸਾਰਾ। ਇੰਜਨ ਦੇ ਵਿੱਚ ਕੀ ਕੀ ਹੁੰਦਾ ਹੈ? ਇੰਜਨ ਦੇ ਵਿੱਚ ਰਿੰਗ ਸਿਸਟਮ ਹੋ ਗਿਆ, ਗੱਡੀ ਦੀ ਐਵਰੇਜ ਹੋ ਗਈ, ਹਾਂਜੀ। ਕੋਈ ਵੀ ਆਵਾਜ਼ ਆਉਂਦੀ ਹੈ, ਮੁਕੰਮਲ ਇੰਜਨ ਦਾ ਸਾਰਾ ਮੁਕੰਮਲ ਕਰੀਦਾ ਓਵਰਆਲ। ਅੱਛਾ, ਇਸ ਤੋਂ ਇਲਾਵਾ ਸਾਨੂੰ ਯਾਨੀ ਕਿ ਵੇਖਣ ਵਾਲੇ ਭਾਈਆਂ ਨੂੰ ਇਹ ਦੱਸੋ ਵੀ ਆਇਲ ਕਦੋਂ ਚੇਂਜ ਕਰਨਾ ਚਾਹੀਦਾ? ਆਇਲ ਕੰਪਨੀ ਪਰ ਮਿੰਟ ਜਿਹੜੀ ਆ ਜ਼ੀਰੋ ਮੋਟਰਸਾਈਕਲ ਤੁਸੀਂ ਲੈਂਦੇ ਹੋ, ਹਾਂਜੀ। 300 ਤੋਂ 500 ਤੱਕ ਵੀ ਕਰੀਦਾ ਪਹਿਲਾਂ। ਅੱਛਾ, ਉਸ ਤੋਂ ਬਾਅਦ ਫਿਰ ਆਇਲ ਜਿਹੜਾ ਤੁਸੀਂ ਪਾ ਰਹੇ ਹੋ, ਹੋਂਡੇ ਦਾ ਪਾਉਂਦੇ ਹੋ, ਸ਼ੈਲ ਦਾ ਜਾਂ ਐਵੋਲੀਨ, ਹਾਂਜੀ। ਉਹਦੇ ਮੁਤਾਬਕ ਆ, ਕੋਈ 1500 ਤੇ ਕਰ ਰਿਹਾ, ਕੋਈ 1000 ਤੇ ਵੀ ਕਰ ਸਕਦੇ। ਨਹੀਂ, ਕੰਪਨੀ ਕੀ ਕਹਿ ਰਹੀ ਹੈ ਕਿੰਨੇ ਤੇ ਕਰਨਾ ਚਾਹੀਦਾ, ਕਿੰਨੇ ਕਿਲੋਮੀਟਰ ਬਾਅਦ? ਕੰਪਨੀ 1000 ਕਹਿ ਰਹੀ ਹੈ। ਅਗਰ ਮੁੰਡੇ ਵਾਲੇ ਪਾ ਰਹੇ ਹੋ ਫਿਰ 1000 ਤੇ ਚੇਂਜ ਕਰੋ, ਉਹਦੇ ਇੰਜਨ ਦਾ ਫਾਇਦਾ ਵਾ। ਅੱਛਾ, ਇੱਥੇ ਜਿਹੜੇ ਲੋਕ ਆ ਉਹ ਜਿਹੜੇ 1000 ਤੇ ਨਹੀਂ ਕਰਦੇ, ਇਹਦੇ ਕੀ ਨੁਕਸਾਨਾਤ ਨੇ? ਇਹ ਨੁਕਸਾਨਾਤ ਨੇ ਬਈ, ਗੱਡੀ ਧੂਆਂ ਜਲਦੀ ਮਾਰ ਜਾਂਦੀ ਹੈ, ਐਵਰੇਜ ਪੂਰੀ ਨਹੀਂ ਕਰਦੀ ਹੈਗੀ, ਅੱਛਾ, ਇੰਜਨ ਦਾ ਕੰਮ ਜਲਦੀ ਕੱਢੇਗੀ। ਯਾਨੀ ਕਿ ਕੰਮ ਵਿਗੜਦਾ ਹੀ ਹੈ। ਹਾਂਜੀ ਹਾਂਜੀ, ਉਹਦੇ ਕਈ ਰੀਜ਼ਨ ਨੇ ਉਹਦੇ, ਇਹ ਆਇਲ ਦੀ ਵਜ੍ਹਾ ਤੋਂ। ਥੋੜਾ ਜਿਹਾ ਤੁਸੀਂ ਕਸਟਮਰਾਂ ਨੂੰ ਕਹੋ ਨਾ ਵੀ ਟਾਈਮ ਨਾਲ ਤੇਲ ਜਿਹੜਾ ਹੈ ਆਇਲ ਚੇਂਜ ਕਰ ਲਿਆ ਕਰੋ। ਮੇਰੀ ਤਰਫੋਂ ਇਹ ਮਸ਼ਵਰਾ ਵਾ ਦੋਸਤਾਂ ਨੂੰ, ਸਾਰੇ ਭਰਾਵਾਂ ਨੂੰ ਵੀ ਆਇਲ ਤੁਸੀਂ 1000 ਦੇ ਚੇਂਜ ਕਰੋ, ਉਹ ਇੰਜਨ ਦਾ ਵੀ ਫਾਇਦਾ, ਉਹਦੀ ਲਾਈਫ ਜ਼ਿਆਦਾ ਹੋਏਗੀ। ਯਾਨੀ ਕਿ ਤੁਹਾਡਾ ਖਰਚਾ ਵੀ ਬਚੇਗਾ ਫਿਰ। ਹਾਂਜੀ, ਖਰਚਾ ਬਚੇਗਾ, ਇੰਜਨ ਦਾ ਕੰਮ ਨਹੀਂ ਨਿਕਲੇਗਾ, ਉਹ ਖਰਚਾ ਬਚੇਗਾ। ਗੱਡੀ ਜ਼ਿਆਦਾ ਦੇਰ ਤੱਕ ਚੱਲੇਗੀ। ਆਇਲ ਤੇ ਟਿਊਨਿੰਗ 1500 ਤੇ ਜਾਂ 1000 ਤੇ ਨਾਲ ਜਦੋਂ ਆਇਲ ਚੇਂਜ ਕਰਨਾ ਨਾਲ ਹੀ ਟਿਊਨਿੰਗ ਹੋ ਜਾਏ, ਉਹ ਬਹੁਤ ਅੱਛੀ ਗੱਲ ਆ ਗੱਡੀ ਵਾਸਤੇ। ਅੱਛਾ, ਸਾਨੂੰ ਇਹ ਵੀ ਦੱਸੋ ਜਿਹੜਾ ਆਮ ਚਾਈਨਾ ਦਾ ਮੋਟਰਸਾਈਕਲ ਹੈ, ਇਹਦੀ ਐਵਰੇਜ ਕਿੰਨੀ ਹੋਣੀ ਚਾਹੀਦੀ ਹੈ ਤੁਹਾਡੇ ਮੁਤਾਬਕ? ਅਗਰ ਤੁਸੀਂ ਇਹਦੀ ਯਾਨੀ ਕਿ ਟਿਊਨਿੰਗ ਕਰਕੇ ਦਿਓ ਤੇ ਇਨਸ਼ਾਅੱਲਾ ਆਪਾਂ ਸੀਡੀ ਦੀ ਵੀ ਤੇ ਚਾਈਨਾ ਵਾਲੀ ਦੀ ਵੀ 1 to 5 ਸਾਰਿਆਂ ਦੀ ਕਰੀ ਦੀ ਆ। ਤੁਸੀਂ ਦੱਸੋ ਨਾ ਇਹਨਾਂ ਦੀ ਐਵਰੇਜ ਵੀ। ਐਵਰੇਜ ਕਮ ਸੇ ਕਮ ਇਹਦੀ 50 ਤੋਂ ਦੇ ਉੱਪਰ ਹੋਣੀ ਚਾਹੀਦੀ ਆ ਚਾਈਨਾ ਵਾਲੇ ਦੀ। ਹਾਂਜੀ, ਔਰ ਜਿਹੜਾ ਦੂਸਰਾ 70 ਹੈ ਉਹਦੀ ਕਿੰਨੀ ਹੋਣੀ ਚਾਹੀਦੀ ਹੈ? 70 ਦੀ 60 62 65 ਤੱਕ ਹੋਣੀ ਚਾਹੀਦੀ। ਅੱਛਾ, ਇਹਦੇ ਤੇ 2-3 ਚੀਜ਼ਾਂ ਆ ਜਾਂਦੀਆਂ। ਇੱਕ ਤੇ ਪੈਟਰੋਲ ਵੀ ਡਿਪੈਂਡ ਕਰਦਾ ਹੈ, ਦੂਸਰਾ ਜਿਹੜਾ ਕੋਈ ਡਰਾਈਵਰ ਭਾਈ ਨੇ ਉਹਦਾ ਵੀ ਬੜਾ ਡਿਪੈਂਡ ਹੈ। ਹਾਂਜੀ, ਉਹ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ? ਗੱਡੀ ਚਲਾਉਣ ਵਾਲੇ ਤੇ ਵੀ ਹੈ ਵੀ ਉਹ ਕਿੰਨੀ ਸਪੀਡ ਤੇ ਚਲਾ ਰਿਹਾ। 50-60 ਤੇ ਚਲਾਓਗੇ ਤੇ ਉਹਦੀ ਹੋਰ ਐਵਰੇਜ ਅੱਛੀ ਆਣੀ ਹੈ। ਹਾਂਜੀ, ਇੱਕ ਗੱਡੀ ਵੀ ਰਿਲੈਕਸ ਰਹੇਗੀ, ਖੁਦ ਤੁਸੀਂ ਰਿਲੈਕਸ ਲਓਗੇ। ਬਿਲਕੁਲ। ਅਗਰ ਤੁਸੀਂ ਉਹਨੂੰ ਚਲਾਣਾ 80-90 ਤੇ ਵੀ, ਇਹਦੀ ਮੈਂ ਹੁਣ ਰੇਸ ਮਾਰਾਂ ਫੁੱਲ
ਹਾਂਜੀ ਉਹ ਫਿਰ ਐਵਰੇਜ ਘਟਾ ਜਾਏਗੀ ਕੋਈ ਵੀ ਪੋਸਟੋ ਗੱਡੀ ਚਾਹੇ ਸੀਡੀ ਹੈ ਚਾਹੇ 125। ਅੱਛਾ, ਜਿਹੜੇ ਯਾਨੀ ਕਿ ਪੈਟਰੋਲ ਖੋਤੇ ਨਹੀਂ ਕੋਈ ਵੀ ਗੰਦਾ ਪਵਾਉਂਦਾ, ਅਗਰ ਗੰਦਾ ਪੈਟਰੋਲ ਗੱਡੀ 'ਚ ਪੈ ਜੇ ਤੇ ਉਹਦੇ ਕੀ ਨੁਕਸਾਨਾਤ ਨੇ? ਉਹਦੇ ਨਾਲ ਗੱਡੀ ਦੇ ਰਿੰਗ ਵੀ ਉੱਡ ਜਾਂਦੇ ਆ, ਇੰਜਨ ਦਾ ਨੁਕਸਾਨ ਆ, ਜਲਦੀ ਧੂਆਂ ਮਾਰ ਜਾਂਦੀ ਆ, ਗੱਡੀ ਦੀ ਪਿਕਅਪ ਵੀ ਘਟ ਜਾਂਦੀ ਹੈ, ਐਵਰੇਜ ਵੀ ਘਟ ਜਾਂਦੀ ਹੈ। ਇਹ ਪੈਟਰੋਲ ਦੀ ਚੈਕਿੰਗ ਵਾਸਤੇ ਕੋਈ ਟ੍ਰਿਕ ਹੈ ਤੇ ਉਹ ਵੀ ਦੱਸ ਦਿਓ ਸਾਨੂੰ, ਤਾਂ ਕਿ ਭਾਈ ਵੀ ਇਹ ਜਿੱਥੇ ਇਹਤਿਆਤ ਕਰਨ। ਸਮੈਲ ਆ ਰਹੀ ਪੈਟਰੋਲ 'ਚ ਉਹ ਨਹੀਂ ਪਵਾਉਣਾ ਚਾਹੀਦਾ। ਜਿਹੜਾ ਟੋਟਲ ਤੇ ਸ਼ੈਲ ਕੰਪਨੀ ਦਾ ਅੱਛਾ, ਯਾਨੀ ਕਿ ਅੱਛੇ ਪੰਪ ਤੋਂ ਪਵਾਉਣਾ ਚਾਹੀਦਾ ਹੈ, ਲੋਕਲ ਜਾਂ ਏਜੰਸੀਆਂ ਤੋਂ ਪਰਹੇਜ਼ ਕਰੋ। ਏਜੰਸੀ ਤੋਂ ਨਹੀਂ ਪਵਾਉਣਾ ਚਾਹੀਦਾ, ਪਰਹੇਜ਼ ਕਰੋ ਹੈ, ਬਾਕੀ ਮਜਬੂਰੀ ਨੂੰ ਪਵਾਉਣਾ ਪੈਂਦਾ ਵਾ। ਕੋਸ਼ਿਸ਼ ਕਰੋ ਕਿ ਅੱਛੇ ਪੈਟਰੋਲ ਪੰਪ ਤੁਸੀਂ ਕਿਹਨੂੰ ਜ਼ਿਆਦਾ ਤਰਜੀਹ ਦਿੰਦੇ ਹੋ, ਕਿਸ ਕੰਪਨੀ ਨੂੰ? ਮੈਂ ਟੋਟਲ ਵਾਲਿਆਂ ਦਾ ਸਭ ਤੋਂ ਅੱਛਾ ਐਵਰੇਜ ਪੈਮਾਨਾ ਸਭ ਕੁਝ ਠੀਕ ਉਹਨਾਂ ਦਾ। ਮੈਂ ਖੁਦ ਵੀ ਸੇਲ ਕਰ ਰਿਹਾ ਤੇ ਦੁਕਾਨ ਤੇ ਵੀ ਉਹੀ ਲਿਆ ਕੇ ਸੇਲ ਕਰੀਦਾ। ਠੀਕ ਹੋ ਗਿਆ, ਇਹਦੇ ਵਿੱਚ ਕੋਈ ਹਾਲਤ ਦੀ ਸ਼ਿਕਾਇਤ ਨਹੀਂ ਹੈਗੀ, ਐਵਰੇਜ ਦੀ ਤੇ ਗੱਡੀ ਬਿਲਕੁਲ ਹਲਕੀ ਚੱਲਦੀ। ਸਹੀ ਹੋ ਗਿਆ। ਅੱਛਾ, ਤੁਸੀਂ ਥੋੜਾ ਜਿਹਾ ਜਿਹੜੇ ਡਰਾਈਵਰ ਹਜ਼ਾਤ ਨੇ ਤਕਰੀਬਨ ਹਰ ਘਰ ਦੇ ਵਿੱਚ ਮੋਟਰਸਾਈਕਲ ਤੇ ਹੈ ਨੇ, ਤੇ ਉਹਨਾਂ ਵਾਸਤੇ ਕੋਈ ਅਹਿਤਿਆਤੀ ਤਦਾਬੀਰ ਦੱਸ ਦਿਓ ਵੀ ਕਿਸ ਤਰ੍ਹਾਂ ਮੋਟਰਸਾਈਕਲ ਦਾ ਇਸਤੇਮਾਲ ਕਰਨ। ਇਸਤੇਮਾਲ ਇਹ ਕੰਮ ਗੱਡੀ ਦਾ ਟਾਈਮ ਨਾ ਕਰਾਉਣ, ਪੈਟਰੋਲ ਅੱਛਾ ਪਾਉਣ, ਬਿਲਕੁਲ ਜੀ, ਉਹਨਾਂ ਨੂੰ ਲੈ ਉਹਦਾ ਟਾਈਮ ਨਾ ਕਰਾਉਣ, ਮੇਨਟੇਨੈਂਸ ਜਿਹੜਾ ਉਹਨਾਂ ਦਾ ਖਿਆਲ ਰੱਖਣ। ਸਪੀਡ ਵੀ ਆਪਣੀ ਮੈਕਸਿਮਮ ਰੱਖੋ, ਜਿੰਨੀ ਰੋਡਾਂ ਤੇ ਹੁਣ ਟ੍ਰੈਫਿਕ ਹੋ ਗਈ ਆ, ਹਾਂਜੀ, ਤੇ ਓਵਰ ਸਪੀਡ ਸ਼ਹਿਰ ਦੇ ਵਿੱਚ ਨਹੀਂ ਮਾਰਨੀ ਚਾਹੀਦੀ, ਇhtiyat ਕਰਨੀ ਚਾਹੀਦੀ। ਬੰਦੇ ਦੀ ਜ਼ਿੰਦਗੀ ਆ ਤਾਂ ਸਾਰਾ ਕੁਝ ਆ। ਬਿਲਕੁਲ ਜੀ। ਉਹਨਾਂ ਥੋੜਾ ਸ਼ਹਿਰੋਂ ਬਾਹਰ ਨਿਕਲ ਕੇ ਅਗਰ ਰੋਡ ਦਾ ਦੇਖ ਰਿਹਾ ਵੀ ਜਗ੍ਹਾ ਇਹੋ ਜਿਹੀ, ਉੱਥੇ ਸਪੀਡ ਵੀ ਮਾਰ ਲਓ। ਹੈਲਮਟ ਜ਼ਰੂਰ ਇਸਤੇਮਾਲ ਕਰਨਾ ਚਾਹੀਦਾ। ਮਾਸ਼ਾਅੱਲਾ ਜੀ, ਬੜੀ ਅੱਛੀ ਗੱਲ ਕੀਤੀ ਤੁਸੀਂ ਜੀ। ਇਸ ਤੋਂ ਇਲਾਵਾ ਅੱਛਾ, ਇਹ ਜਿਹੜੇ ਚੱਕਿਆਂ 'ਚ ਹਵਾ ਹੁੰਦੀ ਏ, ਇਹ ਵੀ ਡਿਪੈਂਡ ਕਰਦੀ ਹੈ ਮੋਟਰਸਾਈਕਲ ਦੇ? ਹਾਂਜੀ, ਉਹ ਰੋਡ ਦੇ ਹਿਸਾਬ ਨਾਲ ਐਵਰੇਜ ਤੇ ਵੀ ਕਰਦੇ ਹੈਗੀ ਆ। ਉਹ ਤੁਸੀਂ ਵੇਖਣਾ ਵੀ ਸਿੰਗਲ ਸਵਾਰੀ ਚੱਲ ਰਹੇ ਹੋ, ਰੋਡ ਕਿਹੋ ਜਿਹਾ ਵਾ, ਉਹਦੇ ਮੁਤਾਬਕ ਰੱਖਣੀ। ਪਾਕਿਸਤਾਨੀ ਰੋਡ ਜ਼ਿਆਦਾ ਖਰਾਬ ਹੀ ਨੇ, ਉਹਦੇ ਮੁਤਾਬਕ 45 ਜਾਂ 50 ਪੌਂਡ ਰੱਖੋ। ਕੰਪਨੀ ਤੇ ਕਹਿ ਰਹੀ ਆ 35 ਕੇ 32 ਪਿਛਲੇ ਦੀ ਰੱਖੋ। ਹਾਂਜੀ, ਬਹੁਤ ਥੋੜੀ ਹੈ ਨਾ, ਫਿਰ ਨੁਕਸਾਨ ਹੁੰਦਾ ਟਾਇਰ ਟੂਬ ਦਾ। ਬਿਲਕੁਲ, ਕਿਉਂ ਜੀ, ਇੱਥੇ 2 ਸਵਾਰੀਆਂ ਤੋਂ ਘੱਟ ਤੇ ਬਹਿੰਦੇ ਨਹੀਂ ਅੱਜ ਕੱਲ। ਹਾਂਜੀ, 2 ਵੀ 3 ਵੀ ਬਹਿ ਜਾਂਦੇ, 4 ਵੀ ਬਹਿ ਜਾਂਦੇ, ਫਿਰ ਨਾਲ ਸਮਾਨ ਵੀ ਹੁੰਦਾ। ਅੱਛਾ, ਇਸ ਤੋਂ ਇਲਾਵਾ ਤੁਸੀਂ ਜਿਹੜੇ ਭਾਈ ਵੇਖ ਰਹੇ ਆ, ਉਹਨਾਂ ਨੂੰ ਕੀ ਪੈਗਾਮ ਦੇਣਾ ਚਾਹੁੰਦੇ ਹੋ? ਹਾਂ, ਪੈਗਾਮ ਦੇਣਾ ਚਾਹੁੰਦੇ ਮਾਸ਼ਾਅੱਲਾ ਜੀ, ਸਾਡੇ ਨਾਲ ਆਪਣੇ ਕੋਆਪਰੇਟ ਕਰਨ, ਅੱਛਾ ਕੰਮ ਕਰੀਦਾ ਸਾਰੀ ਮੋਟਰਸਾਈਕਲਾਂ ਦਾ। ਆਪਣੀ ਸ਼ਾਪ ਦਾ ਐਡਰੈਸ ਤੁਹਾਨੂੰ ਮੈਂ ਦੱਸ ਦਿੱਤਾ ਵਾ। ਇਨਸ਼ਾਅੱਲਾ ਤਾਲਾ ਤੁਸੀਂ ਆਓਗੇ, ਪਿਆਰ ਮੁਹੱਬਤ ਨਾਲ ਕੰਮ ਹੋਏਗਾ, 1 ਨੰਬਰ ਕੰਮ ਹੋਏਗਾ, ਚੀਜ਼ 1 ਨੰਬਰ ਮਿਲੇਗੀ। ਮਾਸ਼ਾਅੱਲਾ ਜੀ। ਅੱਛਾ, ਆਪਣੇ ਕੋਲ ਮੋਟਰਸਾਈਕਲ ਦਾ ਸਪੇਅਰ ਪਾਰਟ ਵੀ ਪਿਆ ਹੋਇਆ ਜੇ? ਹਾਂਜੀ, CD 125 ਦਾ ਚਾਈਨਾ ਦਾ ਰੱਖਿਆ ਹੋਇਆ ਸਪੇਅਰ ਪਾਰਟ। ਯਾਮਾ ਵੈਸੇ ਹੁਣ ਘਟ ਗਈ ਆ, ਉਹਦਾ ਨਹੀਂ ਹੈਗਾ ਹੁਣ, ਉਹ ਨਹੀਂ ਰੱਖੀਦਾ। ਮਾਸ਼ਾਅੱਲਾ ਜੀ। ਅਸੀਂ ਹੁਣ ਭਾਈ ਆਰਫ ਨਾਲ ਗੱਲ ਕੀਤੀ, ਵੇਖਣ ਵਾਲੇ ਤੇ ਸੁਣਨ ਵਾਲੇ ਜਿੰਨੇ ਵੀ ਭਾਈ ਨੇ, ਕੋਸ਼ਿਸ਼ ਕਰੋ। ਤਹਿਸੀਲ ਚਿਸ਼ਤੀਆਂ, ਜ਼ਿਲ੍ਹਾ ਬਹਾਵਲਨਗਰ, ਉਹਨਾਂ ਨੇ ਐਡਰੈਸ ਦੁਕਾਨ ਦਾ ਦੱਸ ਦਿੱਤਾ ਹੈ, ਕਾਜ਼ੀ ਵਾਲੇ ਰੋਡ ਤੇ, ਗੌਸੀਆ ਆਟੋ ਸਰਵਿਸ। ਇੱਕ ਵਾਰੀ ਜ਼ਰੂਰ ਤੁਸੀਂ ਆਓ, ਭਾਈ ਹੁਣਾਂ ਨੂੰ ਮੌਕਾ ਦਿਓ, ਤਾਂ ਕਿ ਤੁਹਾਨੂੰ ਵੀ ਪਤਾ ਚੱਲੇ ਕਿ ਭਾਈ ਹੁਣੀ ਕਿੰਨਾ ਸੋਹਣਾ ਸਾਫ ਸੁਥਰਾ ਕੰਮ ਕਰਦੇ ਆ। ਦੂਸਰਾ ਫਰਾਈਡਰ ਦੇ ਆਪਾਂ ਇਨਸ਼ਾਅੱਲਾ VIP ਟਿਊਨਿੰਗ ਸਪੈਸ਼ਲ ਕਰੀ ਦੀ ਆ, ਜਿਨ੍ਹਾਂ ਦੇ ਐਵਰੇਜ ਨਹੀਂ ਸੈੱਟ ਹੋ ਰਹੀ ਫਰਾਈਡਰ ਦੀ, ਆਪਣਾ ਇੱਥੇ ਰਾਬਤਾ ਕਰਨਾ। ਲਓ ਜੀ, ਇੱਕ ਭਾਈ ਨੇ ਹੋਰ ਆਫਰ ਦੇਤੀ ਕਿ ਜਿਨ੍ਹਾਂ ਭਾਈਆਂ ਨੇ ਪ੍ਰਾਈਡਰ ਰੱਖਿਆ ਹੋਇਆ ਨਾ, ਉਹਦੀ ਅਸੀਂ ਐਵਰੇਜ ਬਿਲਕੁਲ ਇਨਸ਼ਾਅੱਲਾ 55-60 ਕਰੇਗਾ, 55-60 ਕਿਲੋਮੀਟਰ 1 ਲੀਟਰ ਚ ਕਰੇਗਾ। ਸ਼ਰਤ ਇਹ ਕਿ ਤੁਹਾਡਾ ਪੈਟਰੋਲ ਵੀ ਅੱਛਾ ਹੋਵੇ ਤੇ ਸਾਡੀ ਚਲਾਉਣੀ ਵੀ ਚੰਗੀ ਹੋਵੇ ਤੇ ਰੋਡ ਵੀ ਚੰਗਾ ਹੋਵੇ। ਹਾਂਜੀ, ਅਸੀਂ ਆਰਫ ਭਾਈ ਨਾਲ ਗੱਲ ਕੀਤੀ, ਸਾਨੂੰ ਉਹਨਾਂ ਨੇ ਮੋਟਰਸਾਈਕਲ ਚਲਾਉਣ ਦਾ ਤਰੀਕਾ ਦੱਸਿਆ ਔਰ ਮੋਟਰਸਾਈਕਲ ਦੀ ਕਿਸ ਤਰ੍ਹਾਂ ਐਵਰੇਜ ਲੈਣੀ ਹੈ, ਇਹ ਸਾਰਾ ਤਰੀਕਾਕਾਰ ਉਹਨਾਂ ਨੇ ਦੱਸਿਆ। ਇਸ ਤੋਂ ਇਲਾਵਾ ਹਰ ਕਿਸਮ ਦੇ ਮੋਟਰਸਾਈਕਲ ਦੀ ਰਿਪੇਅਰਿੰਗ ਵੀ ਕਰਦੇ ਨੇ, ਔਰ ਜਿਸ ਮੋਟਰਸਾਈਕਲ ਦੀ ਐਵਰੇਜ ਨਹੀਂ ਹੈਗੀ ਉਹ ਵੀ ਇਨਸ਼ਾਅੱਲਾ ਬਿਲਕੁਲ ਠੀਕ ਕਰਕੇ ਦੇਣਗੇ। ਇੱਕ ਵਾਰੀ ਭਾਈ ਆਰਫ ਕੋ ਤੁਸੀਂ ਲਾਜ਼ਮੀ ਵਿਜ਼ਿਟ ਕਰੋ, ਉਹਨਾਂ ਨੂੰ ਖਿਦਮਤ ਦਾ ਮੌਕਾ ਦਿਓ। ਭਾਈ ਆਰਫ ਕੋ ਹਰ ਕਿਸਮ ਦੇ ਮੋਟਰਸਾਈਕਲ ਦੇ ਪਾਰਟਸ ਵੀ ਮੌਜੂਦ ਨੇ। ਅੱਛਾ ਭਾਈ ਆਰਫ, ਜ਼ਿਆਦਾ ਮਸਲਾ ਕਿਸ ਚੀਜ਼ ਦਾ ਆ ਰਿਹਾ ਹੈ ਮੋਟਰਸਾਈਕਲ? ਉਹ ਐਵਰੇਜ ਦਾ ਹੀ ਕਹਿੰਦੇ ਵੀ ਪੈਟਰੋਲ ਜ਼ਿਆਦਾ ਖਾਂਦੀ ਆ। ਅੱਛਾ, ਖਰਚਾ ਪੂਰਾ ਨਹੀਂ ਹੁੰਦਾ, ਜ਼ਿਆਦਾ ਇਹ ਮਸਲਾ। ਅੱਛਾ ਭਾਈ ਆਰਫ, ਇੱਕ ਹੋਰ ਗੱਲ ਦੱਸੋ ਸਾਨੂੰ ਵੀ ਮੋਟਰਸਾਈਕਲ ਦਾ ਇੰਜਨ ਕਿੰਨੀ ਦੇਰ ਬਾਅਦ ਕਰਨਾ ਪੈਂਦਾ ਔਰ ਕਿਉਂ ਕਰਨਾ ਪੈਂਦਾ? ਕਿਹੜੀਆਂ ਗਲਤੀਆਂ ਐਸੀਆਂ ਜਿਹੜੇ ਚਲਾਉਣ ਵਾਲੇ ਕਰਦੇ ਆ ਤੇ ਇੰਜਨ ਫਿਰ ਦੁਬਾਰਾ ਕਰਨਾ ਪੈਂਦਾ? ਜਦੋਂ ਆਇਲ ਚੇਂਜ ਲੋਕੀ ਨਹੀਂ ਕਰਦੇ, ਭੁੱਲ ਜਾਂਦੇ ਵੀ ਇਹ ਵਿੱਚ ਹੈਗਾ ਹੀ ਆ, ਜਿਹਨੂੰ ਗੇਜ ਖੋਲਣੀ ਵੀ ਹੈਗਾ ਹੀ ਆ ਵਿੱਚ, ਉਹਦੀ ਕਪੈਸਿਟੀ ਨਹੀਂ ਚੈੱਕ ਕਰਦੇ ਵੀ ਉਹ ਖਤਮ ਹੋ ਗਿਆ ਵਾ, ਖਤਮ ਹੋ ਗਿਆ, ਵਿੱਚ ਜਮਣਾ ਸ਼ੁਰੂ ਹੋ ਜਾਂਦਾ। ਬਾਹਰੋਂ ਸ਼ਹਿਰ ਬਾਹਰ ਜਾਂਦੇ ਨੇ ਲੋਕ ਅੱਡਿਆਂ ਤੋਂ, ਉਹ 2 ਨੰਬਰ ਪਵਾ ਲੈਂਦੇ ਨੇ, ਉਹ ਬਹੁਤ ਨੁਕਸਾਨ ਕਰਦਾ ਇੰਜਨ ਦਾ।
ਉਹਦੀ ਵਜ੍ਹਾ ਤੋਂ ਫਿਰ ਜਿੱਥੇ ਇੰਜਨ ਨੇ ਲੱਖ ਚੱਲਣਾ ਵਾ ਜਾਂ 1.5 ਲੱਖ, ਉਹ 40-50 ਹਜ਼ਾਰ ਦੇ ਖੁੱਲ ਜਾਂਦਾ ਉਹ। ਸਾਰਾ ਕੰਮ ਉਹਦਾ ਕਰਵਾਉਣਾ ਪੈਂਦਾ। ਆਰਵ ਭਾਈ ਨੇ ਮੋਟਰਸਾਈਕਲ ਦੇ ਬਾਰੇ ਸਾਨੂੰ ਬੜੇ ਅੱਛੇ ਟ੍ਰਿਕ ਦੱਸੇ। ਅਗਰ ਤੁਹਾਨੂੰ ਵੀਡੀਓ ਚੰਗੀ ਲੱਗੀ ਤੇ ਸਬਸਕ੍ਰਾਈਬ ਔਰ ਲਾਈਕ, ਇਸ ਤੋਂ ਇਲਾਵਾ ਬੈਲ ਆਈਕਨ ਨੂੰ ਕਲਿੱਕ ਲਾਜ਼ਮੀ ਕਰ ਦਿਆ ਕਰੋ ਤਾਂ ਕਿ ਹਰ ਨਈ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚ ਜਾਏ। ਸ਼ੁਕਰੀਆ। ਮਿਲਦੇ ਹਾਂ ਅਗਲੀ ਵੀਡੀਓ 'ਚ। ਅੱਲਾ ਹਾਫਿਜ਼।